ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ। ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਨਾਈ। ਬਹੁ ਸ਼ਾਸਤਰ ਬਹੁ ਸਿਮਰਤੀ। ਪੇਖੇ ਸਰਬ ਢਡੋਲ। ਪੂਜਸ ਨਾਹੀ ਹਰਿ ਹਰਿ। ਨਾਨਕ ਨਾਮ ਅਮੋਲ। ਊਚ ਅਪਾਰ ਬੇਅੰਤ ਸੁਆਮੀ। ਕੌਣ ਜਾਣੈ ਗੁਣ ਤੇਰੇ। ਗਾਵਤੇ ਉਦਰਹਿ ਸੁਣਤੇ ਉਦਰਹਿ। ਬਿਨਸਹਿ ਪਾਪ ਕਨੇਰੇ। ਪਸੂ ਪ੍ਰੇਤ ਮੁਗਧ ਕਉ ਤਾਰੇ। ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਨਾਈ। ਸਦਾ ਸਦਾ ਬਲਿਹਾਰੈ। ਨਾਹੋ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਧਾ ਜਨਮ ਪਾਇਆ। ਪ੍ਰਣਵਤ ਨਾਨਕ ਤਿਨ ਕੀ ਸਰਨਾ। ਜਿਨ ਤੂੰ ਨਾਹੀ ਵਿਸਰਿਆ। ਸਦਾ ਸੁਖ ਮਨ ਬਸੈ। ਦੁਖ ਸੰਸਾਰਹਿ ਖੋਵੈ। ਗੁਰ ਨਵ ਨਿਧ ਦਰਿਆਉ। ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਛੂਟਤ ਨਹੀਂ ਕੋਟ ਲਖ ਬਾਹੀ। ਨਾਮ ਜਪਤ ਤਹ ਪਾਰ ਪਰਾਹੀ। ਛੂਟਤ ਨਹੀਂ ਕੋਟ ਲਖ ਬਾਹੀ। ਨਾਮ ਜਪਤ ਤਹ ਪਾਰ ਪਰਾਹੀ।
ਅਨੇਕ ਬਿਘਨ ਜਹ ਆਏ ਸੰਘਾਰੈ। ਹਰ ਕਾ ਨਾਮ ਤਤਕਾਲ ਉਧਾਰੈ। ਅਨੇਕ ਜੋਨ ਜਨਮੈ ਮਰ ਜਾਮ। ਨਾਮ ਜਪਤ ਪਾਵੈ ਬਿਸਰਾਮ। ਹਾ ਮੈਲਾ ਮਲ ਕਬਹ ਨ ਧੋਵੈ। ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪਹਾ ਮਨ ਰੰਗ। ਨਾਨਕ ਪਾਈਐ ਸਾਧ ਕੈ ਸੰਗ। ਐਸਾ ਨਾਮ ਜਪਹਾ ਮਨ ਰੰਗ। ਨਾਨਕ ਪਾਈਐ ਸਾਧ ਕੈ ਸੰਗ। ਛੂਟਤ ਨਹੀਂ ਕੋਟ ਲਖ ਬਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਅਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀਆਂ ਗੁਰੂ ਗਰੀਬ ਨਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਦੇ ਸਾਜ ਰਹੇ ਦੀਵਾਨ ਅੰਦਰ ਖੁੱਲੇ ਦਰਸ਼ਨ ਦਿਦਾਰੇ ਕਰਦਿਆਂ ਹੋਇਆਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਦੇ ਸਦਕਾ ਆਪ ਜੀ ਨਿਤਾ ਪ੍ਰਤੀ ਸਤ ਸੰਗਤ ਦੀਆਂ ਘੜੀਆਂ ਦਾ ਪਾਵਨ ਪਵਿੱਤਰ ਆਨੰਦ ਮਾਣਦੇ ਹੋ। ਗੁਰੂ ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਔਰ ਗਰੀਬ ਨਵਾਜ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦੇ ਨਾਲ ਆਪਾਂ ਸਰਬੱਤ ਮਾਈ ਭਾਈ ਸੰਗਤਾਂ ਜੁੜ ਬੈਠਦੇ ਹਾਂ। ਗੁਰਬਾਣੀ ਇਸ ਜਗ ਮਹਿ ਚਾਨਣ, ਸੰਸਾਰ ਸਾਧ ਸੰਗਤ ਜੀ ਹਨੇਰੀ ਕੋਠੜੀ ਹੈ, ਕਾਲਖ ਦੇ ਨਾਲ ਭਰੀ ਹੋਈ। ਔਰ ਜੀਵ ਜਦ ਜੰਮਦਾ ਹੈ ਤਾਂ ਜਾਣ ਲਈ ਉਹ ਕੋਠੜੀ ਵਿੱਚ ਵੱਸਦਾ ਹੈ, ਕੋਠੜੀ ਵਿੱਚ ਵੜਨਾ ਪੈਂਦਾ। ਕਾਲਖ ਦੀ ਕੋਠੜੀ ਹੋਵੇ ਔਰ ਫਿਰ ਹੋਵੇ ਹਨੇਰੀ, ਵਿੱਚ ਦਿਸਦਾ ਕੁਝ ਨਾ ਹੋਵੇ ਤੇ ਕੋਈ ਅੰਨਾ ਵੜ ਜਾਵੇ ਉਹਦੇ ਵਿੱਚ, ਚਾਹੇ ਸੁਜਾਖਾ ਵੀ ਵੜੇ ਤੇ ਇਹ ਹੋ ਸਕਦਾ ਵੀ ਅੰਨਾ ਕਾਲਖ ਦੀ ਕੋਠੜੀ ਵਿੱਚ ਵੜੇ, ਹਨੇਰੇ ਵਿੱਚ ਹੋਵੇ ਅੰਨਾ ਤੇ ਉਹ ਕੱਪੜਿਆਂ ਨੂੰ ਦਾਗ ਲਵਾਏ ਬਿਨਾਂ ਬਾਹਰ ਆ ਸਕਦਾ, ਮੂੰਹ ਸਿਰ ਕਾਲਾ ਕਰਕੇ ਹੀ ਆਏਗਾ। ਸੰਸਾਰ ਸਾਧ ਸੰਗਤ ਜੀ ਇਹ ਹਨੇਰੀ ਕੋਠੜੀ ਹੈ, ਵਿਸ਼ਿਆਂ ਵਿਕਾਰਾਂ ਰੂਪੀ ਬੜੀ ਕਾਲਖ ਲੱਗੀ ਹੋਈ ਹੈ ਤੇ ਸਾਡੇ ਜੀਵਾਂ ਦੇ ਪਾਸ ਵਿਰਾਗ ਜਾਂ ਗਿਆਨ ਤੇ ਵਿਚਾਰ ਰੂਪੀ ਨੇਤਰ ਨਹੀਂ ਹਨ, ਜਿਸ ਕਰਕੇ ਅਸੀਂ ਸਾਰੇ ਅੰਨੇ ਹਾਂ ਤੇ ਸੰਸਾਰ ਹਨੇਰੀ ਕਾਲਖ ਕੋਠੜੀ ਵਿੱਚ ਵੜ ਕੇ ਅੰਤःਕਰਨ ਰੂਪੀ ਕੱਪੜਿਆਂ ਨੂੰ ਦਾਗ ਲਵਾਏ ਬਿਨਾਂ ਸਾਧ ਸੰਗਤ ਜੀ ਅਸੀਂ ਬਾਹਰ ਨਹੀਂ ਆ ਸਕਦੇ। ਤੋ ਕੀ ਕਰਨਾ ਚਾਹੀਏ? ਗੁਰਬਾਣੀ ਇਸ ਜਗ ਮਹਿ ਚਾਨਣ, ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ
ਇਹ ਸੰਸਾਰ ਅੰਦਰ ਸਾਧ ਸੰਗਤ ਦੀ ਚਾਨਣ ਹੈ। ਹਨੇਰੀ ਕੋਠੜੀ ਵਿੱਚ ਜੇ ਕੋਈ ਸੁਜਾਖਾ ਵੜੇ, ਹੱਥ ਵਿੱਚ ਚਾਨਣ ਹੋਵੇ, ਦੀਵਾ ਹੋਵੇ, ਸ਼ਾਇਦ ਉਹ ਬਚ ਰਹਿੰਦਾ ਕਾਲਖ ਲੱਗਣ ਤੋਂ। ਗੁਰੂ ਗਰੀਬ ਨਿਵਾਜ ਦੀ ਪਾਵਨ ਪਵਿੱਤਰ ਬਾਣੀ, ਜਿਉ ਅੰਧ ਲੈ ਹੱਥ ਟੋਹਣੀ ਤਿਉ ਨਾਮ ਹਮਾਰੇ। ਜਿਵੇਂ ਸਾਧ ਸੰਗਤ ਜੀ ਅੰਨੇ ਦੀ ਹੱਥ ਵਿੱਚ ਛੋਟੀ ਪਗੜੀ ਹੁੰਦੀ ਹੈ, ਅੰਨੇ ਦੀਆਂ ਅੱਖਾਂ ਛੋਟੀ ਹੁੰਦੀ ਹੈ, ਐਸੇ ਤਰ੍ਹਾਂ ਸਾਡੀ ਜੀਵਾਂ ਦੀ ਹੈ। ਅਸੀਂ ਸਾਰੇ ਅੰਨੇ, ਅੰਧੇ ਅਕਲੀ ਬਾਹਰੇ, ਅਕਲ ਤੋਂ ਬਾਹਰੇ ਹਾਂ, ਅੰਨੇ ਹਾਂ। ਔਰ ਸਾਡੀ ਟੋਹਣੀ ਕਿਹੜੀ ਹੈ? ਤਿਉ ਨਾਮ ਹਮਾਰੇ। ਹਰੀ ਪਰਮੇਸ਼ਰ ਦਾ ਨਾਮ ਜਿਹੜਾ ਸਾਡੇ ਅੰਨਿਆਂ ਦੀ ਜੀਵਾਂ ਦੀ ਸੋਟੀ ਹੈ, ਇਹਦੇ ਸਹਾਰੇ ਅਸੀਂ ਤੁਰਦੇ ਜਾਵਾਂਗੇ, ਕਦੇ ਠੋਕਰ ਨਹੀਂ ਲੱਗੇਗੀ। ਪਰ ਜੇ ਅੰਨੇ ਦੇ ਹੱਥ ਵਿੱਚ ਟੋਹਣੀ ਨਾ ਹੋਵੇ, ਉਹ ਛਟੀ ਸੋਟੀ ਨਾ ਹੋਵੇ, ਕੋਈ ਪਤਾ ਨਹੀਂ ਲੱਗੇਗਾ ਕਦੋਂ ਉਹ ਜਾ ਖੱਡੇ ਵਿੱਚ, ਟੋਏ ਵਿੱਚ ਡਿੱਗ ਪਵੇਗਾ। ਟੋਆ ਸਾਧ ਸੰਗਤ ਦੀ ਵਿਸ਼ਿਆਂ ਵਕਾਰਾਂ ਦਾ ਹੈ, ਜਿਹਦੇ ਪ੍ਰਾਣੀ ਦੇ ਹੱਥ ਵਿੱਚ ਜਾਂ ਅੰਤਹਿਕਰਨ ਰੂਪੀ, ਸੁਰਤੀ ਰੂਪੀ ਹੱਥ ਵਿੱਚ ਇਹ ਟੋਹਣੀ ਹੈ ਨਾ, ਮਹਾਰਾਜ ਦੀ ਬਾਣੀ ਹੈ। ਉਹ ਜਾਣ ਲੈਂਦਾ ਵੀ ਆਹ ਵਿਸ਼ੇ ਵਕਾਰ ਮੇਰਾ ਨੁਕਸਾਨ ਕਰਨਗੇ, ਪਰਾਇਆ ਰੂਪ ਵੇਖਾਂਗਾ, ਮੇਰਾ ਮਨ ਮੈਲਾ ਹੋਵੇਗਾ, ਜੇਕਰ ਕ੍ਰੋਧ ਕਰਾਂਗਾ ਤੇ ਮੈਂ ਅੰਦਰੋਂ ਸ਼ੁਭ ਗੁਣਾਂ ਨੂੰ ਸਾੜ ਬਵਾਂਗਾ। ਇਹੋ ਜਿਹੀ ਸਿੱਖਿਆ ਸਤਿਗੁਰਾਂ ਦੀ ਬਾਣੀ ਨਾਮ ਦਿੰਦਾ ਹੈ। ਤੋ ਗੁਰੂ ਗਰੀਬ ਨਿਵਾਜ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਸੁਖਮਣੀ ਸਾਹਿਬ, ਜਿਸ ਦੀ ਅੰਮ੍ਰਿਤ ਰੂਪ ਗਾਥਾ ਪਿਛਲੇ ਕਾਫੀ ਸਮੇਂ ਤੋਂ ਆਪ ਸਭ ਸੰਗਤਾਂ ਹਾਜ਼ਰੇ ਭਰ ਕਰਕੇ ਸ਼ਰਵਣ ਕਰ ਰਹੇ ਹੋ। ਦੂਜੀ ਅਸ਼ਟਪਦੀ ਦੇ 2 ਪਾਦ ਜਿਹੜੇ ਆ ਪਿੱਛੇ ਸੰਪੂਰਨ ਹੋਏ ਸਨ ਕੱਲ। ਅੱਗੇ ਜਥਾ ਮਹਾਰਾਜ ਇਸ ਪਾਵਨ ਬਾਣੀ ਅੰਦਰ ਨਾਮ ਦਾ ਮਹਾਤਮ ਦੱਸਦੇ ਆ। ਨਾਮ ਤੋਂ ਕੀ ਫਲ ਪ੍ਰਾਪਤ ਹੁੰਦੇ ਆ, ਜੀਵ ਦੇ ਕਿਵੇਂ ਨਾਮ ਕਾਰਜ ਸਵਾਰਦਾ, ਲੋਕ ਦੇ ਅਰ ਪਰਲੋਕ ਦੇ। ਉਹ ਸਾਰੀ ਕਥਾ ਮਹਾਰਾਜ ਪਾਵਨ ਸ਼ਬਦ ਰਾਹੀਂ ਕਹਿ ਰਹੇ ਹੈ। ਮਨ ਚਿਤ ਬਿਰਤੀਆਂ ਇਕਾਗਰ ਕਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਨੂੰ ਹਿਰਦੇ ਵਿੱਚ ਵਸਾਓ। ਸਭ ਸੰਗਤ ਰਸਨ ਕਰੋ, ਪਵਿੱਤਰ ਆਖਣਾ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਛੂਟਤ ਨਹੀਂ ਕੋਟ ਲਖ ਬਾਹੀ। ਗੁਰੂ ਗਰੀਬ ਨਿਵਾਜ ਇਸ ਪਾਦ ਅੰਦਰ, ਇਸ ਅਸ਼ਟਪਦੀ ਦੇ ਅੰਦਰ ਨਾਮ ਦੀ ਸਾਧ ਸੰਗਤ ਜੀ ਮਹਿਮਾ ਦੱਸਦੇ ਹੈ। ਨਾਮ ਜਪਣ ਦਾ ਲਾਭ ਕੀ ਹੈ? ਕਿਉਂਕਿ ਪ੍ਰਾਣੀ ਦਾ ਸੁਭਾਅ ਹੈ, ਇਹ ਹਮੇਸ਼ਾ ਆਪਦੇ ਖਿਆਲ ਵਿੱਚ ਵਾਧੇ ਵਾਲੇ ਪਾਸੇ ਜਾਂਦਾ ਹੈ। ਜਿਸ ਪਾਸੋਂ ਘਾਟਾ ਪੈਂਦਾ ਜਾਂ ਲਾਭ ਨਹੀਂ ਹੁੰਦਾ, ਇਹ ਪ੍ਰਾਣੀ ਉਹ ਕੰਮ ਕਦੇ ਨਾ ਕਰੇ। ਕੋਈ ਵੀ ਕੰਮ ਕਰਨ ਨੂੰ ਜੇ ਸਾਨੂੰ ਕੋਈ ਰਿਸ਼ਤੇਦਾਰ, ਕੋਈ ਸੱਜਣ ਮਿੱਤਰ ਪ੍ਰੇਰਦਾ ਹੈ ਕਿ ਤੂੰ ਫਲਾਣਾ ਕੰਮ ਕਰ ਲੈ, ਅਸੀਂ ਉਸੇ ਵੇਲੇ ਹੀ ਪੁੱਛਦੇ ਹਾਂ ਵੀ ਉਹਦਾ ਫਾਇਦਾ ਕੀ ਹੋਵੇਗਾ। ਤੋ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਜੇ ਕੋਈ ਇਹ ਵੈਸੇ ਸਵਾਲ ਬਣਦਾ ਨਹੀਂ ਗੁਰਬਾਣੀ ਪੜ੍ਹਨ ਦਾ ਫਾਇਦਾ ਕੀ ਹੈ, ਪਰ ਫਿਰ ਵੀ ਕੋਈ ਥੋੜ੍ਹੀ ਮੱਤ ਵਾਲਾ ਇਹ ਪੁੱਛੇ ਕਿ ਸੁਖਮਣੀ, ਉਹਨੂੰ ਆਖੋ ਸੁਖਮਣੀ ਸਾਹਿਬ ਦੀ ਬਾਣੀ ਪੜ੍ਹ,
ਤੇ ਜੇ ਉਹ ਪੁੱਛੇ ਵੀ ਉਹਦਾ ਫਾਇਦਾ ਕੀ ਹੈ ਨਾਮ ਜਪਣ ਦਾ, ਬਾਣੀ ਪੜ੍ਹਨੇ ਦਾ, ਉਹ ਲਾਭ ਮਹਾਰਾਜ ਜੀ ਦੱਸਦੇ ਹਨ ਗੁਰੂ ਗਰੀਬ ਨਵਾਜ। ਛੂਟਤ ਨਹੀਂ ਕੋਟ ਲੱਖ ਬਾਹੀ। ਜੇਕਰ ਕੋਈ ਸਾਧ ਸੰਗਤ ਜੀ ਕਰੋੜਾਂ ਲੱਖਾਂ ਬਾਹਾਂ ਵਾਲਾ ਵੀ ਬਣ ਜਾਵੇ, ਅਥਵਾ ਕਰੋੜਾਂ ਲੱਖਾਂ ਹੀ ਉਹਦੇ ਕੋਲ ਸੂਰਮੇ ਹੋਣ, ਜਾਂ ਸੈਂਕੜੇ ਉਹਦੇ ਭਾਈ ਹੋਣ, ਬਾਹਾਂ ਦੀ ਤਰ੍ਹਾਂ ਸੂਰਮੇ ਉਹਦੇ ਨਾਲ ਖੜੇ ਹੋਣ, ਬਾਹੀ ਤੋਂ ਭਾਵ ਬਲ ਦਾ ਵੀ ਹੈ। ਕਹਿੰਦੇ ਲੱਖਾਂ ਕਰੋੜਾਂ ਬਲ ਦਾ ਵੀ ਜੇ ਕੋਈ ਮਾਲਕ ਹੈ, ਉਹ ਵੀ ਕਾਲ ਤੋਂ, ਮੌਤ ਤੋਂ ਛੁੱਟਦਾ ਨਹੀਂ। ਮੌਤ ਉਸ ਨੂੰ ਵੀ ਗ੍ਰਸ ਲੈਂਦੀ ਹੈ। ਦੁਰਯੋਧਨ ਵਰਗੇ ਵੱਡੇ ਵੱਡੇ ਹੰਕਾਰੀ ਹੋਏ ਹੈ। 12 ਜੋਜਨ ਛਤਰ ਚੱਲੈ ਥਾ ਦੇਹੀ ਗਿਰਜਨ ਖਾਈ। ਕਹਿੰਦੇ 12 ਜੋਜਨ ਸਾਧ ਸੰਗਤ ਜੀ 4 ਕੋਹ ਦਾ 1 ਜੋਜਨ ਮੰਨਦੇ ਹੈ, ਔਰ 12 ਜੋਜਨ 48 ਕੋਹ ਅੱਗੇ ਛਤਰ ਫਿਰ ਜਾਂਦਾ ਸੀ। ਜਿੱਥੇ ਦੁਰਯੋਧਨ ਚੱਲਦਾ ਸੀ, ਅੱਗੇ ਅੱਗੇ 48 ਕੋਹ ਤੀਕਰ ਛਤਰ ਫਿਰਦੇ ਸਨ। ਤੇ ਪਰਮੇਸ਼ਰ ਦੀ ਇਹੋ ਜਿਹੀ ਕਲਾ ਵਰਤੀ, ਉਹਦੀ ਦੇਹੀ ਨੂੰ ਗਿਰਜਾ ਵੀ ਨਾ ਖਾਧਾ, ਪੱਥਰ ਦੀ ਬਣ ਗਈ ਸੀ ਮਹਾਂਭਾਰਤ ਦੇ ਜੰਗ ਦੇ ਅੰਦਰ। ਹੋਰ ਬੇਅੰਤ ਸੂਰਮੇ ਆਪਦੇ ਆਪ ਨੂੰ ਕਹਾਉਂਦੇ, ਰਾਵਣ ਵਰਗੇ ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੇ ਰਾਵਣ ਕਰ ਖਬਰ ਨਾ ਪਾਈ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ। ਰਾਵਣ ਵਰਗਿਆਂ ਦਾ 1 ਲੱਖ ਪੁੱਤਰ, 1.25 ਲੱਖ ਪੋਤਰਾ ਸੀ। ਤੇ ਜਦੋਂ ਮੌਤ ਆਈ, ਕਾਲ ਨੂੰ ਪਾਵੇ ਨਾਲ ਬੰਨ੍ਹ ਕੇ ਰੱਖਣ ਵਾਲੇ ਰਾਵਣ ਨੂੰ ਵੀ ਨਹੀਂ ਬਖਸ਼ਿਆ। ਰਾਵਣ ਵਰਗਿਆਂ ਨੂੰ ਵੀ ਸਾਧ ਸੰਗਤ ਜੀ ਇਸ ਸੰਸਾਰ ਤੋਂ ਜਾਣਾ ਪਿਆ। ਜਿੱਥੇ ਰਾਵਣ ਵਰਗੇ ਗਏ, ਉਥੇ ਰਾਮ ਵਰਗੇ ਵੀ ਗਏ। ਰਾਮ ਗਇਓ ਰਾਵਣ ਗਇਓ, ਜਾ ਕਾ ਬਹੁ ਪਰਿਵਾਰ। ਕਹੋ ਨਾਨਕ ਥਿਰ ਕਾਛ ਨਹੀਂ, ਸੁਪਨੇ ਜਿਉ ਸੰਸਾਰ। ਤੋ ਮੌਤ ਤੋਂ ਗਰੀਬ ਨਵਾਜ ਕਹਿੰਦੇ ਜਿੰਨੇ ਮਰਜ਼ੀ ਯਤਨ ਕਰਦਾ ਫਿਰੇ, ਕਾਲ ਤੋਂ ਕੋਈ ਬਚ ਸਕਦਾ ਨਹੀਂ। ਕਹਿੰਦੇ ਆ ਜਿਹੜਾ ਅਰਜੁਨ ਦਾ ਪੁੱਤਰ ਅਭਿਮਨਯੂ ਹੋਇਆ, ਇਹਦਾ ਅੱਗੇ ਪੁੱਤਰ ਸੀ ਪ੍ਰੀਸ਼ਤ ਨਾਮੇ ਰਾਜਾ। ਇਹ ਬੜਾ ਧਰਮੀ ਪ੍ਰਤਾਪੀ ਰਾਜਾ ਹੋਇਆ ਕਲਯੁਗ ਦੇ ਅੰਦਰ। ਇੱਕ ਵਾਰ ਇਹ ਦਾਨ ਦੇ ਰਿਹਾ, ਤੇ ਕਲਯੁਗ ਨੇ ਇਹਨੂੰ ਪੁੱਛਿਆ ਵੀ ਰਾਜਨ, ਦਾਨੀ ਬੜਾ ਦਾਨ ਦੇਣਾ, ਮੈਨੂੰ ਕੀ ਦੇਵੇਂਗਾ? ਵੀ ਤੂੰ ਸਾਰਿਆਂ ਨੂੰ ਥਾਂ ਦਿੱਤੀ ਹੈ, ਚੰਗੀ ਬੁੱਧੀ ਵਾਲਿਆਂ ਨੂੰ ਵਜ਼ੀਰ ਬਣਾਇਆ, ਬਲ ਵਾਲਿਆਂ ਨੂੰ ਸੂਰਮੇ ਸੈਨਾਪਤੀ ਬਣਾਇਆ, ਮੈਨੂੰ ਕੀ ਦੇਵੇਂਗਾ? ਰਾਜਾ ਪ੍ਰੀਸ਼ਤ ਕਹਿੰਦਾ ਮੰਗ, ਜੋ ਮੰਗੇਗਾ ਉਹੀ ਦੇਵਾਂਗਾ। ਕਲਯੁਗ ਕਹਿੰਦਾ ਮੈਨੂੰ ਥਾਂ ਚਾਹੀਦੀ ਹੈ, ਕੁਝ ਜਗ੍ਹਾ ਮੈਨੂੰ ਵੀ ਦੇ, ਤੂੰ ਸਾਰਿਆਂ ਨੂੰ ਜਗ੍ਹਾ ਦਿੱਤੀ। ਕਹਿੰਦੇ ਦੱਸ ਕੀ ਚਾਹੀਦਾ? ਕਹਿੰਦੇ ਹੋਰ ਤਾਂ ਨਹੀਂ, ਮੈਨੂੰ ਸੋਨੇ ਵਿੱਚ ਜਗ੍ਹਾ ਦੇ ਦੇ, ਵੀ ਜਿੱਥੇ ਸੋਨਾ ਹੋਵੇਗਾ ਉੱਥੇ ਮੇਰਾ ਵਾਸਾ ਹੋਵੇਗਾ। ਪ੍ਰੀਸ਼ਤ ਰਾਜੇ ਨੇ ਕਲਯੁਗ ਨੂੰ ਸੋਨੇ ਵਿੱਚ ਸਾਧ ਸੰਗਤ ਦੀ ਜਗ੍ਹਾ ਦਿੱਤੀ, ਪਰ ਇਹ ਭੁੱਲ ਗਿਆ ਵੀ ਮੇਰੇ ਸਿਰ ਤੇ ਸੋਨੇ ਦਾ ਹੀ ਮੁਕਟ ਪਾਇਆ ਹੋਇਆ। ਸ਼ਿਕਾਰ ਖੇਡਦਾ ਖੇਡਦਾ ਜਦੋਂ ਜੰਗਲ ਨੂੰ ਗਿਆ, ਹਰਨ ਦਾ ਪਿੱਛਾ ਕੀਤਾ। ਉਹ ਹਰਨ ਕਿਤੇ 2 ਰਸਤੇ ਬਣੇ ਤੇ 2 ਰਸਤਿਆਂ ਵਿੱਚੋਂ ਦੀ ਲੰਘਿਆ। ਜਦੋਂ ਇਹਨੂੰ ਦੁਬਿਧਾ ਪਈ ਵੀ ਹਰਨ ਗਿਆ ਕਿੱਥੇ, ਉੱਥੇ ਵਿਪਾਂਡਵ ਰਿਸ਼ੀ ਨਾਮ ਦਾ ਸਾਧੂ ਤਪ ਕਰੇ ਪਿਆ ਜੰਗਲ ਵਿੱਚ। ਇਹਨੇ ਆਖਿਆ ਚਲੋ ਸਾਧੂ ਤੋਂ ਪੁੱਛਦੇ ਹਾਂ। ਪੁੱਛਿਆ, ਹੇ ਮੁਨਵਰ, ਇੱਥੋਂ ਮੇਰਾ ਸ਼ਿਕਾਰ ਲੰਘਿਆ, ਦੱਸੋ ਕਿੱਥੇ ਹੈ?
ਪਰ ਸਾਧੂ ਦੀ ਸਮਾਧੀ ਲੱਗੀ ਹੋਈ, ਉਹ ਬੋਲਿਆ ਨਾ। 2 ਵਾਰ 3 ਵਾਰ ਜਦੋਂ ਪੁੱਛਿਆ ਤੇ ਪ੍ਰੀਸ਼ਤ ਰਾਜ ਦੇ ਸਿਰ ਤੇ ਹੁਣ ਕਲਯੁਗ ਦਾ ਪਹਿਰ ਹੈ, ਕਿਉਂ ਸੋਨੇ ਦਾ ਮੁਕਟ ਜੂ ਸਿਰ ਤੇ ਪਾਇਆ। ਆਪ ਹੀ ਨੇ ਵਾਰ ਦਿੱਤਾ ਕਲਯੁਗ ਨੂੰ ਵੀ ਤੈਨੂੰ ਸੋਨੇ ਵਿੱਚ ਜਗ੍ਹਾ ਦੇਣਾ ਮੈਂ। ਤੂੰ ਕਹਿੰਦੇ ਆ ਫਿਰ ਕਲਯੁਗ ਨੇ ਇਹਦੀ ਮੱਤ ਮਾਰੀ, ਹੰਕਾਰੀ ਹੋ ਗਿਆ ਤੇ ਮਨ ਵਿੱਚ ਇਹ ਫੁਰਨ ਆਇਆ ਵੀ ਮੈਂ ਏਡਾ ਵੱਡਾ ਰਾਜਾ ਤੇ ਅੱਕੀ ਭੋਰਾ ਸਾਧ ਜਿਹੜਾ ਹੈ ਤੇ ਮੈਨੂੰ ਐਡੇ ਪ੍ਰਤਾਪੀ ਰਾਜੇ ਨੂੰ ਜਵਾਬ ਨਹੀਂ ਦੇ ਰਿਹਾ, ਮੇਰੀ ਬੇਇੱਜ਼ਤੀ ਕੀਤੀ ਹੈ ਇਸਨੇ। ਇਹ ਵਿਚਾਰ ਬਣਾ ਕਰਕੇ ਉੱਥੇ ਮਰਿਆ ਹੋਇਆ ਸੱਪ ਰਾਜੇ ਪ੍ਰੀਸ਼ਤ ਨੇ ਧਨੁੱਛ ਦੇ ਗੋਸ਼ੇ ਦੇ ਨਾਲ ਵਪਾਂਡਵ ਰਿਸ਼ੀ ਦੇ ਗਲ ਪਾ ਦਿੱਤਾ ਤੇ ਇੱਥੋਂ ਚਲਾ ਗਿਆ ਵੀ ਇਹਨੇ ਮੇਰੀ ਬੇਇੱਜ਼ਤੀ ਕੀਤੀ ਆ, ਮੈਂ ਇਹਦੀ ਬੇਪਤੀ ਕਰਦਾ। ਉਹ ਕੰਮ ਸਾਰਾ ਕਲਯੁਗ ਕਰਵਾ ਰਿਹਾ। ਵਪਾਂਡਵ ਰਿਸ਼ੀ ਦੇ ਗਲ ਵਿੱਚ ਮਰਿਆ ਸੱਪ ਪਾ ਕੇ ਪ੍ਰੀਸ਼ਤ ਤਾਂ ਆਪਣੇ ਮਹਿਲਾਂ ਨੂੰ ਮੁੜ ਗਿਆ। ਇਹ ਵਪਾਂਡਵ ਰਿਸ਼ੀ ਦਾ ਪੁੱਤਰ ਸਾਰੰਗ ਰਿਸ਼ੀ ਨਾਮੇ ਇੱਕ ਬੜਾ ਪ੍ਰਤਾਪੀ ਤਪੀ ਹੋਇਆ ਹੈ। ਜਦੋਂ ਇਹਨੇ ਦਰਸ਼ਨ ਕਰਨ ਆਇਆ, ਵੇਖਿਆ ਵੀ ਮੇਰੇ ਗੁਰੂ ਦੇ, ਮੇਰੇ ਪਿਤਾ ਦੇ ਗਲ ਵਿੱਚ ਕਿਸੇ ਮਰਿਆ ਸੱਪ ਪਾ ਕੇ ਬੇਅਦਬੀ ਕੀਤੀ ਹੈ, ਬੇਪਤੀ ਕੀਤੀ ਹੈ। ਉਹ ਸਾਰੰਗ ਰਿਸ਼ੀ ਨੇ ਸਰਾਪ ਦਿੱਤਾ ਵੀ ਜਿਹਨੇ ਮੇਰੇ ਗੁਰੂ ਦੇ ਗਲ ਵਿੱਚ ਮਰਿਆ ਸੱਪ ਪਾਇਆ, ਉਹ ਸੱਪ ਲੜ ਕੇ 7 ਦਿਨਾਂ ਵਿੱਚ ਮਰੇਗਾ। ਤੋ ਇਹ ਗੱਲ ਰਾਜੇ ਪ੍ਰੀਸ਼ਤ ਤੱਕ ਪਹੁੰਚ ਗਈ। ਹੁਣ ਰਾਜਾ ਪ੍ਰੀਸ਼ਤ ਜਾਣਦਾ ਵੀ ਵਪਾਂਡਵ ਰਿਸ਼ੀ ਦੇ ਮੁਖੋਂ ਨਿਕਲਿਆ ਬਚਨ ਖਾਲੀ ਨਹੀਂ ਜਾਣਾ, ਕਿਉਂ ਬੜਾ ਤਪੀ ਸਾਧੂ ਹੈ। ਇਹਨੇ ਗੀਤਾ ਦਾ ਜਿਹੜਾ ਹੈ ਉਹ ਪਾਠ ਆਪਣੇ ਘਰ ਰਖਵਾਇਆ। ਰਾਜੇ ਨੇ ਸੁਖਦੇਵ ਮੁਨੀ ਵਰਗਿਆਂ ਨੂੰ ਪੜ੍ਹਨ ਵਾਸਤੇ ਸੱਦਿਆ ਤੇ ਗੰਗਾ ਦੀਆਂ ਡੂੰਘੀਆਂ ਲਹਿਰਾਂ ਜਿੱਥੇ ਉੱਥੇ ਕੱਚ ਦਾ ਘਰ ਬਣਵਾਇਆ। ਇਹ ਸਾਰੇ ਦਰਵਾਜ਼ੇ ਖਿੜਕੀ ਉਹਦਾ ਕੋਈ ਰੱਖਿਆ ਨਾ, ਇੱਕੋ ਦਰਵਾਜ਼ਾ, ਉਹਦੇ ਵਿੱਚ ਬੜੇ ਵੱਡੇ ਵੱਡੇ ਬਲਵਾਨ ਸੂਰਮੇ ਠੱਲ ਦਿੱਤੇ ਵੀ ਜੇ ਸੱਪ ਆਵੇਗਾ ਤੇ ਦਿਸੇਗਾ ਹੀ ਤੇ ਮਾਰ ਦੇਵਾਂਗੇ। ਇੱਕ ਧਨੰਤਰ ਨਾਮੇ ਵੈਦ ਜਿਹੜਾ 14 ਰਤਨਾਂ ਵਿੱਚੋਂ ਸਮੁੰਦਰ ਚੋਂ ਨਿਕਲਿਆ, ਉਹ ਧਨੰਤਰੀ ਵੈਦ ਵੀ ਆਪਦੇ ਕੋਲ ਬੁਲਾ ਲਿਆ ਵੀ ਜੇ ਸੱਪ ਲੜ ਵੀ ਗਿਆ, ਧਨੰਤਰ ਵੈਦ ਦੀ ਨੇਤਰਾਂ ਵਿੱਚੋਂ ਅੰਮ੍ਰਿਤ ਵਹਿੰਦਾ ਵੀ ਇਹ ਮੇਰੇ ਵੱਲ ਵੇਖੇਗਾ ਤੇ ਮੈਂ ਝੱਟ ਹੀ ਠੀਕ ਹੋ ਜਾਣਾ। ਸੱਪ ਲੜਿਆ ਕੀ ਕਰੇਗਾ। ਇਧਰ ਹੁਣ ਪਰਮੇਸ਼ਰ ਨੇ ਹੁਣ ਸਾਰੰਗ ਰਿਸ਼ੀ ਦਾ ਵਚਨ ਪੂਰਾ ਕਰਨਾ। ਰਾਜੇ ਨੂੰ 7 ਦਿਨਾਂ ਅੰਦਰ ਸੱਪ ਲੜ ਕੇ ਮੌਤ ਦੇਣੀ ਪਰਮੇਸ਼ਰ ਨੇ। ਤੋ ਤੱਛਕ ਨਾਗ ਵਰਗੇ ਨਾਗ ਦੀ ਡਿਊਟੀ ਲਾਈ ਹੈ ਵੀ ਤੂੰ ਜਾ ਕੇ ਰਾਜੇ ਪ੍ਰੀਸ਼ਤ ਨੂੰ ਡੰਗ ਮਾਰਨਾ 7ਵੇਂ ਦਿਨ। ਬੜੇ ਪਹਿਰੇਦਾਰ ਖੜੇ ਹੋਏ। ਜਦੋਂ ਤੱਛਕ ਨਾਗ ਪਹੁੰਚਿਆ ਤੋ ਸੋਹਣਾ ਫੁੱਲਾਂ ਦਾ ਗੁਲਦਸਤਾ ਕੋਈ ਲੈ ਕੇ ਰਾਜੇ ਪ੍ਰੀਸ਼ਤ ਨੂੰ ਮਿਲਣ ਆਇਆ। ਇਹ ਕੀੜੀ ਬਣ ਕੇ ਤੱਛਕ ਨਾਗ ਉਹ ਫੁੱਲ ਵਿੱਚ ਬੈਠ ਗਿਆ। ਹੁਣ ਬੰਦਾ ਤਾਂ ਕੋਈ ਅੰਦਰ ਜਾਂਦਾ ਨਹੀਂ ਸੀ। ਫੁੱਲਾਂ ਦਾ ਗੁਲਦਸਤਾ ਜਦੋਂ ਹੀ ਅੰਦਰ ਗਿਆ, ਸੋਹਣੇ ਫੁੱਲ ਵੇਖ ਕੇ ਸੁਗੰਧੀ ਲੈਣ ਵਾਸਤੇ ਜਦੋਂ ਹੀ ਰਾਜੇ ਪ੍ਰੀਸ਼ਤ ਨੇ ਉਹ ਫੁੱਲਾਂ ਦਾ ਗੁਲਦਸਤਾ ਨਾਸਿਕਾ ਦੇ ਨੇੜੇ ਕੀਤਾ, ਇਹ ਸੱਪ ਨੇ ਉਹਦੇ ਨੱਕ ਵਿੱਚ ਡੰਗ ਮਾਰਿਆ ਕੀੜੀ ਬਣ ਕੇ, ਤੇ ਥਾਂ ਹੀ ਉਹਦੇ ਪ੍ਰਾਣ ਨਿਕਲ ਗਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਹਿਸਕ੍ਰਿਤੀ ਅੰਦਰ ਇਸ ਸ਼ਲੋਕ ਵਿੱਚ ਸਾਰਾ ਬਿਰਤਾਂਤ ਉਚਾਰਦੇ ਹੈ। ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ। ਬਿਖਮ ਸਥਾਨ ਬਸੰਤ ਊਚ ਹੈ ਨਹਿ ਸਿਮਰੰਤ ਮਰਣੰ ਕਦਾਂਚ ਹੈ। ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖ ਤੇ। ਜਦੋਂ ਪਰਮੇਸ਼ਰ ਦੀ ਆਗਿਆ ਹੁੰਦੀ ਹੈ ਫਿਰ ਪ੍ਰਭੂ ਕੀੜੀ ਬਣ ਕੇ ਸਾਹ ਖਿੱਚ ਲੈਂਦਾ। ਭਾਵ ਜਿਹੜਾ ਮੌਤ ਦਾ ਦੁੱਖ ਹੈ,
ਕਿੱਡੇ ਮਰਜੀ ਕੋ ਬਲ ਵਾਲਾ ਹੋਵੇ, ਮੌਤ ਦੇ ਦੁੱਖ ਤੋਂ ਕਿਸੇ ਦਾ ਛੁਟਕਾਰਾ ਨਹੀਂ। ਮਹਾਰਾਜ ਕਹਿੰਦੇ ਛੂਟਸ ਨਾਹੀ ਕੋਟ ਲੱਖ ਬਾਹੀ, ਕਰੋੜਾਂ ਬਲ ਵਾਲਾ ਬਾਹਾਂ ਵਾਲਾ ਵੀ ਇਸ ਕਾਲ ਤੋਂ ਬਚਿਆ ਨਹੀਂ ਹੈ, ਨਹੀਂ ਛੁੱਟ ਪਾਇਆ ਹੈ। ਨਾਮ ਜਪਤ ਤਹ ਪਾਰ ਪਰਾਹੀ। ਤੇ ਨਾਮ ਜਪੋ, ਜਿਹੜੇ ਕਾਲ ਤੋਂ ਕੋਈ ਬਾਚ ਨਹੀਂ ਸਕਿਆ, ਉਹ ਨਾਮ ਜਪਣ ਦੇ ਨਾਲ ਉਸ ਕਾਲ ਤੋਂ ਵੀ, ਮੌਤ ਤੋਂ ਵੀ ਪਾਰ ਪਰਾਹੀ, ਪਾਰ ਲੰਘ ਜਾਈਦਾ। ਜਿਵੇਂ ਸਾਧ ਸੰਗ ਜੀ ਧਰੂ ਭਗਤ ਵਰਗੇ ਹੈ, ਜਿਨ੍ਹਾਂ ਨੂੰ ਅਟਲ ਪਦਵੀ 36,000 ਵਰਾ ਰਾਜ ਵੀ ਬਖਸ਼ਿਸ਼ ਕੀਤਾ ਪਰਮੇਸ਼ਰ ਨੇ, ਨਾਮ ਚੋਂ ਹੀ ਮਿਲਿਆ। ਹੁਣ ਧਰੂ ਭਗਤ ਨੂੰ ਤਾਰੇ ਦੀ ਪਦਵੀ ਦਿੱਤੀ ਹੈ, ਅਚਲ ਪਦਵੀ ਦਿੱਤੀ ਹੈ, ਉਹ ਪਰਮੇਸ਼ਰ ਨੇ ਦਿੱਤੀ ਹੈ, ਅਟਲ ਕਰ ਦਿੱਤਾ। ਇਹ ਸਾਰੀ ਨਾਮ ਦੀ ਬਰਕਤ ਹੈ। ਮਹਾਰਾਜ ਕਹਿੰਦੇ ਜੇ ਕਾਲ ਤੋਂ ਛੁੱਟ ਨਹੀਂ ਸਕਦਾ ਕਿਸੇ ਤਰ੍ਹਾਂ ਵੀ ਜੀਵ, ਪਰ ਇੱਕੋ ਤਰੀਕਾ ਹੈ, ਉਹ ਨਾਮ ਜਪੇ। ਇੱਕ ਵਾਰੀ ਤਾਂ ਮਰਨਾ ਹੋਏਗਾ, ਪਰ ਬਹੁਰ ਨਾ ਭਾਵਜਲ ਫੇਰਾ, ਫਿਰ ਸੰਸਾਰ ਤੇ ਜੰਮਣਾ ਨਹੀਂ ਪੈਣਾ। ਜਦੋਂ ਜੰਮੇਗਾ ਨਹੀਂ, ਫਿਰ ਮਰਨਾ ਵੀ ਨਹੀਂ ਪਏਗਾ। ਤੋ ਨਾਮ ਜਪ ਕੇ ਇਹ ਕਾਲ ਮੌਤ ਤੋਂ ਵੀ ਪਾਰ ਹੋ ਜਾਈਦਾ, ਅੱਗੇ ਲੰਘ ਜਾਈਦਾ ਹੈ। ਅਨੇਕ ਬਿਘਨ ਜਹ ਆਏ ਸੰਘਾਰੈ। ਤੇ ਜੇ ਮਹਾਰਾਜ ਅੱਗੇ ਦੱਸਦੇ ਹੈ, ਪ੍ਰਾਣੀ ਤੈਨੂੰ ਅਨੇਕਾਂ ਹੀ ਵਿਘਨ ਰੁਕਾਵਟਾਂ ਆਣ ਪਕੜਨ, ਆਣ ਤੈਨੂੰ ਨਾਸ਼ ਕਰਨ, ਤੇਰਾ ਕੰਮ ਕੋਈ ਸੌਰੇ ਨਾ। ਜਾ ਕਉ ਮੁਸਕਲ ਆਤ ਬਣੈ ਢੋਈ, ਕੋਇ ਨਾ ਦੇ ਲਾਗੂ ਹੋਏ ਦੁਸ਼ਮਨਾ, ਸਾਕ ਪੇ ਭੱਜ ਖਲੇ ਸਭੋ ਭਜੈ ਆਸਰਾ, ਚੂਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ, ਤ ਲੱਗੈ ਨ ਤਤੀ ਵਾਓ। ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ, ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ। ਸਵਾਰਥ ਸੁਆਓ ਨਾ ਕੋ ਕਰੇ। ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਜੇ ਬਹੁਤੇ ਵਿਘਨ ਭਾਈ ਕਿਸੇ ਪ੍ਰਾਣੀ ਨੂੰ ਆ ਕੇ ਨਾਸ਼ ਕਰਦੇ ਆ, ਉਹਦਾ ਸਭ ਕੁਝ ਤਹਿਸ ਨਹਿਸ ਕਰ ਦੇਣ, ਚਾਹੇ ਸੰਸਾਰਕ ਹੋਵੇ ਤੇ ਚਾਹੇ ਪਰਮਾਰਥ ਵਾਸਤੇ ਕੁਝ ਇਕੱਠਾ ਕੀਤਾ। ਜਿਵੇਂ ਸਾਧ ਸੰਗਤ ਜੀ ਸਾਡੀ ਮਾਇਆ ਨਾਸ਼ ਹੋ ਜਾਵੇ, ਦੁੱਖ ਹੁੰਦਾ, ਉਸੇ ਤਰ੍ਹਾਂ ਨਾਮ ਜਪਣ ਵਾਲਿਆਂ ਪ੍ਰੇਮੀਆਂ ਨੂੰ ਜਿਹੜਾ ਨਾਮ ਇਕੱਠਾ ਕੀਤਾ, ਸ਼ੁਭ ਗੁਣ ਇਕੱਠੇ ਕੀਤੇ ਹੈ, ਭਗਤ ਜਨਾਂ ਕੀ ਵਰਤਨ ਨਾਮ, ਉਹਨਾਂ ਦੇ ਵਰਤਨ ਵਾਸਤੇ ਸਾਰਾ ਕੁਝ ਨਾਮ ਹੀ ਹੈ। ਤੋ ਗਿਆਨੀਆਂ ਕਾ ਧਨ ਨਾਮ ਹੈ। ਗਿਆਨਵਾਨ ਪੁਰਸ਼ਾਂ ਦਾ ਧਨ ਕੀ ਹੈ? ਉਹਨਾਂ ਦਾ ਧਨ ਨਾਮ ਹੈ। ਤੇ ਉਹ ਕਈ ਵਾਰੀ ਕੀ ਹੁੰਦਾ, ਮਨ ਵਿੱਚ ਭੈੜੇ ਫੁਰਨੇ ਆਉਣ ਕਰਕੇ ਸ਼ੁਭ ਗੁਣ ਵੀ ਨਾਸ਼ ਹੋਣੇ ਸ਼ੁਰੂ ਹੋ ਜਾਂਦੇ ਆ। ਚਾਹੇ ਕੋਈ ਸਾਧੂ ਸੰਸਾਰੀ ਬਿਰਤੀ ਵਾਲਾ, ਚਾਹੇ ਕੋਈ ਸਾਧੂ ਹੈ, ਦੋਵਾਂ ਦਾ ਧਨ, ਇੱਕ ਦਾ ਧਨ ਦਮੜੇ ਹੈ, ਪਦਾਰਥਾਵਾਦ ਹੈ, ਦੂਜੇ ਸਾਧੂ ਦਾ ਧਨ ਕੀ? ਉਹ ਨਾਮ ਹੈ, ਸ਼ੁਭ ਗੁਣ ਹਨ। ਜੇ ਸ਼ੁਭ ਗੁਣਾਂ ਵਿੱਚ ਵਿਘਨ ਪੈਂਦਾ ਖੋਟੀ ਬਿਰਤੀ ਕਰਕੇ, ਤੇ ਜੇ ਬਾਹਰੀ ਤੌਰ ਤੇ ਜੀਵ ਤੇਰੇ ਪਦਾਰਥਾਂ ਵਿੱਚ ਵਿਘਨ ਪੈਂਦਾ, ਕੋਈ ਪਦਾਰਥ ਨਾਸ਼ ਹੁੰਦੇ ਹੈ, ਅਨੇਕਾਂ ਵਿਘਨਾ ਕਰਕੇ ਜੇ ਜੀਵ ਤੈਨੂੰ ਨਾਸ਼ ਕਰਦੇ ਹਨ। ਹਰ ਕਾ ਨਾਮ ਤਤਕਾਲ ਉਧਾਰੈ। ਹਰੀ ਦਾ ਨਾਮ ਜਪ, ਤੈਨੂੰ ਤਤਕਾਲ ਨਾਮ ਸਾਧ ਸੰਗ ਦੀ ਤਤ ਛਿਣ ਦਾ, ਉਸੇ ਸਮੇਂ ਤੁਰੰਤ ਤਤਕਾਲ ਹੀ ਤੇਰਾ ਉਧਾਰਾ ਇਹ ਵਿਘਨਾ ਤੋਂ ਨਾਮ ਕਰ ਦੇਵੇਗਾ। ਅਨੇਕ ਜੋਨ ਜਨਮੈ ਮਰ ਜਾਮ। ਇਹ ਜੀਵ ਅਨੇਕਾਂ ਜੂਨੀਆਂ ਵਿੱਚ ਤੂੰ ਪਿਆ ਰਵੇਂ, 84 ਲੱਖ ਜੂਨੀ ਵਿੱਚ ਪੈ ਕੇ ਜੰਮ ਕੇ ਮਰ ਜਾਵੇਂ। ਮਰਨ ਤੋਂ ਬਾਅਦ ਫਿਰ ਜਾਮ ਕਹੀਏ, ਜੰਮੇ ਜਾਂ ਜੰਮੇ, ਮਰੇ ਤੇ ਮਰ ਕੇ ਜਾਮ ਕਹੀਏ, ਜਮਾਂ ਦੇ ਵਸ ਪੈ ਜਾਵੇਂ। ਜੰਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇਹੋ ਜਿਹੀ ਜੇ ਹਾਲਤ ਹੈ ਪ੍ਰਾਣੀ ਤੇਰੀ ਹੋ ਗਈ ਹੈ,
ਵੀ ਤੈਨੂੰ ਜੰਮ ਜੰਮ ਕੇ ਮਰਨਾ ਪੈ ਰਿਹਾ, ਜੂਨੀਆਂ ਵਿੱਚ ਤੂੰ ਭਟਕ ਰਿਹਾ ਹੈ। ਨਾਮ ਜਪਤ ਪਾਵੈ ਬਿਸਰਾਮ। ਜੇ ਜੂਨੀਆਂ ਤੋਂ ਛੁੱਟਣਾ ਚਾਹਣਾ ਤੇ ਨਾਮ ਜਪ, ਵਾਹਿਗੁਰੂ 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 ਵਾਹਿਗੁਰੂ। ਇਹ ਨਾਮ ਦਾ ਫਲ ਹੈ, ਪਾਵੈ ਬਿਸਰਾਮ, ਤੈਨੂੰ ਟਿਕਾ ਮਿਲੇਗਾ। ਜਿਵੇਂ ਸਾਧ ਸੰਗਤ ਜੀ ਟਿਕਾ ਮਿਲ ਜਾਣਾ, ਟਿਕਾ ਕੀ ਹੈ? ਅਚਲ ਪਦਵੀ, ਪਰਮੇਸ਼ਰ ਦੇ ਸਰੂਪ ਹੋ ਕਰਕੇ ਉਹ ਪ੍ਰਭੂ ਪਰਮੇਸ਼ਰ ਵਿੱਚ ਲੀਨ ਹੋ ਜਾਣਾ, ਇਹਦਾ ਨਾਮ ਵਿਸਰਾਮ ਹੈ, ਟਿਕ ਜਾਣਾ। ਜਾਂ ਅਨਕ ਜੋਨ ਜਰਮੈ ਮਰ ਜਾਮ, ਅਨੇਕਾਂ ਜੂਨੀਆਂ ਵਿੱਚ ਜੰਮ ਜੰਮ ਕੇ ਮਰਦਾ। ਭਾਵ ਸਾਧ ਸੰਗਤ ਜੀ, ਕਰਤੂਤ ਪਸ਼ੂ ਕੀ, ਮਾਨਸ ਜਾਤ, ਜਾਤ ਇਹਦੀ ਮਨੁੱਖ ਹੈ ਤੇ ਕਰਤੂਤ ਪਸ਼ੂ ਦੀ ਹੈ। ਹੋ ਕੇ ਬੰਦਾ ਹੀ ਦੂਜੀਆਂ ਜੂਨੀਆਂ ਵਿੱਚ ਤਾਂ ਮਰ ਕੇ ਜਾਂਦਾ ਹੈ ਨਾ। ਇਹ ਜਿਹੜਾ ਪ੍ਰਾਣੀ ਸਾਧ ਸੰਗਤ ਜੀ, ਇਹ ਸਰੀਰ ਬੰਦੇ ਦਾ ਤੇ ਕਈ ਵਾਰੀ ਇਹਦੇ ਲੱਛਣ ਜਿਹੜੇ ਉਹ ਪਸ਼ੂਆਂ ਵਰਗੇ, ਇੱਕੋ ਹੀ ਸਰੀਰ ਵਿੱਚੋਂ ਕਈ ਤਰ੍ਹਾਂ ਦੇ ਲੱਛਣ ਕਰ ਲੈਂਦਾ। ਜਦੋਂ ਕਾਮੀ ਹੋ ਕੇ ਪਰਾਏ ਘਰ ਤੱਕਦਾ, ਉਦੋਂ ਸਾਧ ਸੰਗਤ ਜੀ ਇਹ ਕਾਂ ਵਰਗਾ ਨੀਚ ਹੁੰਦਾ। ਜਿੰਨੇ ਮਰਜ਼ੀ ਭਰੇ ਰਹਿਣ ਤਲਾਬ, ਝਰਨੇ ਵਗਦੇ ਆ, ਕਿੰਨਾ ਪਾਣੀ, ਪਰ ਕਾਂ ਜਿਹੜਾ ਉਹ ਘੜੇ ਦਾ ਪਾਣੀ ਪੀ ਕੇ ਬੜਾ ਖੁਸ਼ ਹੁੰਦਾ, ਕਿਉਂ? ਨੀਚ ਹੈ ਨਾ। ਜਾਂ ਜਦੋਂ ਕਾਮੀ ਹੁੰਦਾ ਹੈ ਕੁੱਤੇ ਵਰਗਾ, ਕੁੱਤਾ ਜਿਵੇਂ ਬਾਹਰ ਭਾਂਡਿਆਂ ਵਿੱਚ ਮੂੰਹ ਮਾਰਦਾ, ਇਹ ਕਾਮੀ ਹੋ ਕਰਕੇ ਪਰਾਏ ਘਰਾਂ ਨੂੰ ਤੱਕਣ ਰੂਪੀ ਇਹ ਕੁੱਤਾ ਬਣਿਆ ਹੋਇਆ। ਫਿਰ ਜਦੋਂ ਸਾਧ ਸੰਗਤ ਜੀ ਕ੍ਰੋਧੀ ਹੁੰਦਾ, ਫਿਰ ਨੱਚਦਾ ਹੈ ਕ੍ਰੋਧ ਵਿੱਚ, ਉਦੋਂ ਬਾਂਦਰ ਹੁੰਦਾ। ਜੂਨ ਬੰਦੇ ਦੀ ਇਕੱਲੀ, ਪਰ ਉਹਦੇ ਵਿੱਚ ਹੀ ਕਿੰਨੀਆਂ ਜੂਨੀਆਂ ਨੂੰ ਪ੍ਰਾਪਤ ਹੋਇਆ ਹੋਇਆ। ਵੇਖਣ ਨੂੰ ਬੰਦਾ, ਕਾਮੀ ਹੋ ਕੇ ਕੁੱਤਾ ਬਣ ਜਾਂਦਾ, ਕ੍ਰੋਧੀ ਹੋ ਕੇ ਬਾਂਦਰ ਬਣਦਾ। ਫਿਰ ਵੇਖੋ ਨੱਚਦਾ ਹੈ, ਟੱਪਦਾ ਤੇ ਕਹਿੰਦਾ ਮੈਨੂੰ ਪਤਾ ਨਹੀਂ ਲੱਗਦਾ, ਪਾਸੇ ਹੋ ਜਾਓ। ਜਦੋਂ ਮੈਂ ਗੁੱਸਾ ਮੈਨੂੰ ਆਉਂਦਾ, ਫਿਰ ਨਹੀਂ ਮੈਂ ਵੇਖਦਾ ਆਪਦਾ ਬਗਨ। ਉਹ ਬਾਂਦਰ ਉਦੋਂ ਬਾਂਦਰ ਹੁੰਦਾ, ਮੱਤ ਮਾਰੀ ਜਾਂਦੀ ਹੈ, ਗੁੱਸੇ ਵਿੱਚ ਬਾਂਦਰ ਵਾਂਗੂ ਟੱਪਦਾ। ਤੋ ਇਸੇ ਤਰ੍ਹਾਂ ਜਦੋਂ ਸਾਧ ਸੰਗਤ ਦੀ ਨਿੰਦਿਆ ਕਰਦਾ, ਉਦੋਂ ਮੱਖੀ ਹੁੰਦਾ। ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਮੱਖੀ ਜਿਹੜੀ ਹੁੰਦੀ ਉਹ ਚੰਦਨ 'ਤੇ ਨਹੀਂ ਬਹਿੰਦੀ, ਜਿੱਥੇ ਗੰਧ ਹੁੰਦਾ ਉੱਥੇ ਹੀ ਬਹਿੰਦੀ ਹੈ। ਇਹ ਕਿਸੇ ਦੇ ਗੁਣ ਤਾਂ ਵੇਖਦਾ ਨਹੀਂ, ਨਿੰਦਿਆ ਕਰਨੀ ਹੁੰਦੀ ਬਸ। 100 ਗੁਣ ਹੋਣ ਤੇ ਇੱਕ ਔਗਣ ਮਿਲ ਜਾਵੇ, ਉਹ ਚੰਦਨ ਨੂੰ ਛੱਡ ਕੇ ਮੱਖੀ ਜਿੱਦਾਂ ਗੰਧ 'ਤੇ ਬਹਿੰਦੀ ਹੈ। ਇਹ ਉਹ ਪ੍ਰਾਣੀ ਦੂਜੇ ਦੇ ਗੁਣ ਸਾਰੇ ਛੱਡ ਦਿੰਦਾ ਹੈ, ਉਹਦਾ ਇੱਕ ਔਗਣ ਹੀ ਫਿਰ ਸਾਰਿਆਂ ਕੋਲ ਉਹਦਾ ਔਗਣ ਫਰੋਲਦਾ, ਮੱਖੀ ਹੈ। ਤੋ ਜਾਂ ਔਗਣ ਫਰੋਲਣ ਵੇਲੇ ਕਾਂ ਕਹਿ ਲਓ, ਕਾਂ ਦੀ ਆਦਤ ਹੁੰਦੀ ਉਹ ਗੰਧ ਫੋਲਦਾ। ਉਸੇ ਤਰ੍ਹਾਂ ਸਾਧ ਸੰਗਤ ਜੀ ਇਹ ਪ੍ਰਾਣੀ ਨਿੰਦਾ ਕਰਕੇ ਦੂਜਿਆਂ ਦੇ ਔਗਣ ਵੇਖ ਕੇ ਕਾਂ ਬਣਦਾ ਜਾਂ ਮੱਖੀ ਬਣਦਾ। ਫਿਰ ਸੰਗਤ ਵਿੱਚ ਆਉਂਦਾ ਹੈ, ਉਦੋਂ ਸਾਧ ਸੰਗਤ ਜੀ ਜ਼ਰੂਰ ਮਨੁੱਖ ਬਣਿਆ ਰਹਿੰਦਾ, ਪਰ ਜਿਵੇਂ ਗਧੇ ਨੂੰ ਚੰਦਨ ਲਾ ਦੀ, ਉਹ ਚੌਂਕ ਵਿੱਚ ਜਾ ਕੇ ਫਿਰ ਸਵਾਹ 'ਚ ਲੇਟਣ ਲੱਗ ਪੈਂਦਾ। ਇੱਥੋਂ ਗੁਰੂ ਘਰੋਂ ਗੁਰਬਾਣੀ ਸੁਣ ਕਰਕੇ ਮਹਾਰਾਜ ਦੀ ਸ਼੍ਰੇਸ਼ਟ ਮੱਤ ਧਾਰਦਾ, ਪਰ ਗਾਂ ਜਦੋਂ ਆਪਦੇ ਘਰ ਜਾਂਦਾ ਹੈ, ਗੁਰੂ ਘਰ ਤੋਂ ਬਾਹਰ ਸੰਗਤ ਤੋਂ ਹੋ ਜਾਂਦਾ ਹੈ, ਉਦੋਂ ਹੀ ਫਿਰ ਉਹੀ ਕੰਮ ਨਿੰਦਾ ਕਰਦਾ ਹੈ, ਚੁਗਲੀ ਕਰਦਾ ਹੈ, ਵਿਸ਼ੇ ਭੋਗੀ ਜਾਂਦਾ ਹੈ। ਸੰਗਤ ਤੇਰੀ ਕਰਨ ਦਾ ਕੀ ਫਾਇਦਾ? ਤੋ ਉਦੋਂ ਸਾਧ ਸੰਗਤ ਜੀ ਇਹ ਗਧਾ। ਤੋ ਗੁਰੂ ਗਰੀਬ ਨਵਾਜ ਕਹਿੰਦੇ ਇਹ ਇਸ ਤਰ੍ਹਾਂ ਜੰਮ ਜੰਮ ਕੇ ਮਰਦਾ। ਕਦੀ ਮਨੁੱਖਾ ਦੇਹੀ ਹੈ, ਜੂਨ ਮਨੁੱਖ ਦੀ ਹੈ, ਕਦੇ ਕੁੱਤਾ ਬਣ ਜਾਂਦਾ ਹੈ, ਕਦੇ ਕਾਂ ਬਣ ਜਾਂਦਾ ਨਿੰਦਿਆ ਕਰਕੇ, ਕਦੇ ਇਸੇ ਤਰ੍ਹਾਂ ਮੱਖੀ ਬਣ ਜਾਂਦੇ, ਔਗਣ ਫੋਲਦਾ। ਇਹੋ ਜਿਹੇ ਜੂਨੀਆਂ ਨੂੰ ਇਹ ਪ੍ਰਾਪਤ ਹੁੰਦਾ। ਇਹਦੇ ਤੋਂ ਛੁਟਕਾਰਾ ਕਿਵੇਂ ਆ? ਨਾਮ ਜਪਤ ਪਾਵੈ ਵਿਸਰਾਮ। ਜੇ ਨਾਮ ਜਪੇਗਾ ਤੈਨੂੰ ਵਿਸਰਾਮ ਮਿਲੇਗਾ, ਟਿਕਾ ਮਿਲੇਗਾ। ਨਾਮ ਜਪਣ ਵਾਲਾ ਨਹੀਂ ਸਾਧ ਸੰਗਤ ਜੀ ਕਿਸੇ ਦੀ ਨਿੰਦਿਆ ਕਰਦਾ, ਉਹ ਸਾਰਿਆਂ ਵਿੱਚ ਇੱਕ ਪਰਮੇਸ਼ਰ ਨੂੰ ਜਾਣਦਾ। ਇਹ ਵੀ ਜਾਣਦਾ ਵੀ ਗੁਣ ਔਗਣ ਸਾਰਿਆਂ ਵਿੱਚ ਹਨ,
ਤੇ ਮਾੜਾ ਕਿਹਨੂੰ ਆਖੀਏ, ਸਾਰੇ ਪਰਮੇਸ਼ਰ ਦਾ ਰੂਪ ਹਨ। ਉਹ ਨਹੀਂ ਸਾਧ ਸੰਗ ਦੀ ਪਰਾਇਆ ਰੂਪ ਦੇਖਦਾ। ਨਾਮ ਜਪਣ ਵਾਲੇ ਵਾਸਤੇ ਏਕਾ ਨਾਰੀ ਜਤੀ ਹੋਏ, ਪਰ ਨਾਰੀ ਦੀ ਭੈਣ ਵਖਾਣੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਉਹ ਜਾਣਦਾ। ਤੋ ਇਹ ਨਾਮ ਦੀ ਬਰਕਤ ਹੈ। ਜੇ ਚਾਹਣਾ ਨਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸਹਿਤ ਹੋ ਕੇ ਕੁੱਤਾ ਗਧਾ ਕਾਂ ਮੱਖੀ ਆਦਿਕ ਬਣਨ ਦੇ ਨਾਲੋਂ ਬਚਣਾ ਚਾਹਣਾ ਇਹਦੇ ਤੋਂ, ਤੇ ਨਾਮ ਜਪ ਲੈ, ਪਾਵੈ ਬਿਸਰਾਮ, ਤੈਨੂੰ ਟਿਕਾ ਦੀ ਪ੍ਰਾਪਤੀ ਹੋਵੇਗੀ, ਮਨ ਸਹਿਜ ਵਿੱਚ ਆ ਜਾਵੇਗਾ। ਹਾ ਮੈਲਾ ਮਲ ਕਬਹੁ ਨ ਧੋਵੈ। ਇਹ ਪ੍ਰਾਣੀ ਇਹ ਹਉਮੈ ਕਰਕੇ ਮੈਲਾ ਹੋਇਆ ਆ ਮੈਂ ਕੀਤਾ ਹੈ, ਮੈਂ ਕਰਾਂਗਾ, ਮੈਥੋਂ ਬਿਨਾਂ ਕੰਮ ਹੋ ਨਹੀਂ ਸਕਦਾ, ਮੇਰੀ ਜ਼ਮੀਨ ਹੈ, ਆ ਮੇਰਾ ਸਰੀਰ ਹੈ। ਮੈਂ ਦੇ ਵਿੱਚ ਮਹਾਰਾਜ ਕਹਿੰਦੇ ਇਹ ਮੈਲਾ ਹੋ ਚੁੱਕਾ ਹੈ। ਤੇ ਹੰਕਾਰੀ ਆਦਮੀ ਜਿਹੜਾ ਸਾਧ ਸੰਗ ਜੀ ਉਹਦਾ ਉਧਾਰਾ ਬੜਾ ਔਖਾ ਹੁੰਦਾ ਹੈ, ਕਿਉਂਕਿ ਹੰਕਾਰੀ ਮੰਨਣ ਨੂੰ ਤਿਆਰ ਨਹੀਂ ਹੁੰਦਾ ਵੀ ਮੈਂ ਗਲਤ ਕੀਤਾ। ਉਹ ਆਪਦੇ ਗਲਤ ਨੂੰ ਵੀ ਸਹੀ ਠਹਿਰਾਉਂਦਾ, ਕਿਉਂ ਹੰਕਾਰੀ ਹੈ। ਹੱਡ ਚਾਮ ਦੇ ਮਾਸ ਉੱਪਰ ਬਹੁਤਾ ਮਾਣ ਕਰਦਾ ਹੈ। ਤੋ ਮਹਾਰਾਜ ਕਹਿੰਦੇ ਜੀਵ ਹਉਮੈ ਦੀ ਮੈਲ ਕਰਕੇ ਮੈਲਾ ਹੈ, ਮਲ ਕਬਹੁ ਨਾ ਧੋਵੈ। ਤੇ ਆਪਦੀ ਹਉਮੈ ਕਰਕੇ ਪਾਪਾਂ ਦੀ ਮੈਲ ਨੂੰ ਕਦੇ ਧੋਂਦਾ ਨਹੀਂ ਹੈ, ਕਦੇ ਗੁਰਬਾਣੀ ਪੜ੍ਹ ਕੇ ਮੈਲ ਨਹੀਂ ਧੋਣ ਦੀ ਕੋਸ਼ਿਸ਼ ਕਰਦਾ ਹੈ। ਹਰ ਕਾ ਨਾਮ ਕੋਟ ਪਾਪ ਖੋਵੈ। ਹਉਮੈ ਦੀ ਮੈਲ ਉਸ ਤਰ੍ਹਾਂ ਤਾਂ ਬੜੀ ਔਖੀ ਜਾਂਦੀ ਹੈ, ਜਾਂਦੀ ਉਹ ਨਹੀਂ, ਪਰ ਹਰੀ ਦਾ ਨਾਮ ਇਹੋ ਜਿਹਾ ਜਿਹੜਾ ਹਉਮੈ ਦੀ ਮੈਲ ਤਾਂ ਕਿ ਕੋਟ ਪਾਪ ਖੋਵੈ, ਕਰੋੜਾਂ ਪਾਪ ਵੀ ਨਾਸ਼ ਕਰ ਦਿੰਦਾ। ਪਰਮੇਸ਼ਰ ਦਾ ਨਾਮ ਇਕੱਲੀ ਹਉਮੈ ਦੀ ਮੈਲ ਨਹੀਂ ਧੋਂਦਾ, ਕਰੋੜਾਂ ਪਾਪਾਂ ਨੂੰ ਨਾਸ਼ ਕਰ ਦੇਣ ਵਾਲਾ। ਇਸ ਕਰਕੇ ਨਾਮ ਜਪ ਲੈ, ਹਉਮੈ ਦੀ ਮੈਲ ਵੀ ਧੁਪੇਗੀ, ਨਾਲ ਨਾਲ ਕਰੋੜਾਂ ਤੇਰੇ ਪਾਪਾਂ ਦਾ ਨਾਸ਼ ਹੋ ਜਾਵੇਗਾ। ਐਸਾ ਨਾਮ ਜਪਹ ਮਨ ਰੰਗ। ਇਹ ਮੇਰਿਆ ਮਨਾ, ਮਨ ਦੇ ਨਾਲ ਰੰਗ ਰੱਤ ਕੇ ਪ੍ਰੇਮ ਸਹਿਤ ਹੋ ਕੇ ਇਹੋ ਜਿਹਾ ਜਿਹੜਾ ਨਾਮ ਆ ਨਾ, ਜੰਮਣ ਮਰਨ ਦੇ ਬੰਧਨ ਕੱਟਣ ਵਾਲਾ, ਸਾਰੇ ਵਿਘਨਾਂ ਦਾ ਨਾਸ਼ਕ, ਔਰ ਕਰੋੜਾਂ ਪਾਪਾਂ ਦੀ ਮੈਲ ਕੱਟਣ ਵਾਲਾ ਜਿਹੜਾ ਨਾਮ ਹੈ, ਐਸਾ ਨਾਮ ਜਪਹੁ ਮਨ ਰੰਗ। ਮਨ ਕਰਕੇ ਰੰਗਿਆ ਜਾ ਪ੍ਰੇਮ ਸਹਿਤ ਹੋ ਕੇ ਪ੍ਰਭੂ ਦਾ ਪਰਮੇਸ਼ਰ ਦਾ ਪਵਿੱਤਰ ਨਾਮ ਜਪਣਾ ਕਰ। ਨਾਨਕ ਪਾਈਐ ਸਾਧ ਕੈ ਸੰਗ। ਗਰੀਬ ਨਵਾਜ ਨੂੰ ਪੁੱਛੋ ਵੀ ਮਹਾਰਾਜ ਨਾਮ ਜਪ ਲੈਂਦੇ ਹਾਂ, ਨਾਮ ਦੀ ਪ੍ਰਾਪਤੀ ਕਿੱਥੋਂ ਹੋਵੇਗੀ? ਗਰੀਬ ਨਵਾਜ ਕਹਿੰਦੇ ਨਾਨਕ ਪਾਈਐ ਸਾਧ ਕੈ ਸੰਗ। ਨਾਮ ਮਿਲਦਾ ਹੈ ਸਾਧੂ ਦੀ ਸੰਗਤ ਵਿੱਚੋਂ। ਅਸੀਂ ਸਾਧ ਸੰਗਤ ਜੀ ਇਹੋ ਜਿਹੇ ਮਹਾਂਪੁਰਸ਼ਾਂ ਦੀ ਵੀ ਸੰਗਤ ਕੀਤੀ ਹੈ, ਜਿਨ੍ਹਾਂ ਨਾਮ ਤੋਂ ਬਿਨਾਂ ਕਦੇ ਦੂਜਾ ਬਚਨ ਨਹੀਂ ਕੀਤਾ। ਜੇ ਕਦੇ ਕਿਸੇ ਦੇ ਨਾਲ ਕੋਈ ਬਚਨ ਬਿਲਾਸ ਕਰਨਾ ਹੈ, ਓਨਾ ਹੀ ਬੋਲਣਾ ਜਿੰਨਾ ਕਿਸੇ ਨੇ ਪੁੱਛਿਆ, ਫਿਰ ਆਪਦੇ ਅੰਤਰਮੁਖੀ ਬਿਰਤੀ ਕਰਕੇ ਬੰਦਗੀ ਵਿੱਚ ਲੀਨ ਹੋ ਜਾਣਾ। ਔਰ ਜੇ ਕਿਸੇ ਨੇ ਮਿਲਣਾ, ਉਹਨੂੰ ਆਖਣਾ ਕਿ ਜਾਂ ਤਾਂ ਕੋਈ ਕਥਾ ਕੋਈ ਸ਼ਬਦ ਦੀ ਗੱਲ ਗੁਰਬਾਣੀ ਦੀ ਸੁਣਾ ਦੇ, ਫਿਰ ਸੁਣ ਲੈਣੀ। ਜੇ ਅੱਗੋਂ ਮਿਲਣ ਆਏ ਨੇ ਆਖਣਾ ਵੀ ਮੈਨੂੰ ਤਾਂ ਕੋਈ ਆਉਂਦੀ ਨਹੀਂ ਗੁਰਬਾਣੀ ਦੀ ਗੱਲ, ਤਾਂ ਉਹ ਸਾਧੂ ਆਖਣਾ ਕਿ ਫਿਰ ਸੁਣ ਲੈ, ਜਾਂ ਸੁਣਾ ਦੇ ਜਾਂ ਸੁਣ ਲੈ, ਜਾਂ ਅਗਲੇ ਤੋਂ ਸਾਧ ਸੰਗਤ ਜੀ ਗੁਰਬਾਣੀ ਸੁਣ ਲੈਣੀ। ਤੇ ਜੇ ਨਹੀਂ ਆਉਂਦੀ ਫਿਰ ਉਹਨੂੰ ਕਹਿਣਾ ਹੁਣ ਸੁਣ ਲੈ ਸਾਥੋਂ। ਫਿਰ 2-2 3-3 4-4 ਘੰਟੇ ਲਗਾਤਾਰ ਗੁਰਬਾਣੀ ਦੀ ਕਥਾ ਸਧਾਰਨ ਬੈਠੇ ਸੰਗਤ ਵਿੱਚ ਸੁਤੇ ਬੈਠੇ ਵਿਸਥਾਰ ਸਹਿਤ ਕਰੀ ਜਾਣੀ ਅੱਗੇ ਦੀ ਅੱਗੇ। ਉਹਨਾਂ ਨੂੰ ਯਾਦ ਕਰਾਉਣਾ ਪੈਂਦਾ ਸੀ ਵੀ ਮਹਾਂਪੁਰਸ਼ ਆਪਾਂ ਇੱਥੋਂ ਗੱਲ ਸ਼ੁਰੂ ਕੀਤੀ ਹੈ। ਉਹ ਵੀ ਭੁੱਲ ਜਾਂਦਾ ਸੀ ਵੀ ਕਿੱਥੋਂ ਗੱਲ ਤੁਰੀ ਤੇ ਕਿੱਧਰ ਚਲੇ ਗਏ। ਇਹੋ ਜਿਹੀ ਬਿਰਤੀ ਵਾਲੇ ਸਤਿਪੁਰਖਾਂ ਦੀ ਵੀ ਸਾਧ ਸੰਗਤ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਤੋ ਗਰੀਬ ਨਵਾਜ ਨੂੰ ਬੇਨਤੀ ਕਰੀਏ, ਮਹਾਰਾਜ ਵੀ ਨਾਮ ਜਪ ਲੈਂਦੇ ਹਾਂ, ਪ੍ਰਾਪਤ ਕਿੱਥੋਂ ਹੋਵੇਗਾ?
ਮਹਾਰਾਜ ਕਹਿੰਦੇ ਆ ਕਿ ਨਾਮ ਪ੍ਰਾਪਤ ਭਾਈ ਹੁੰਦਾ ਹੈ। ਨਾਨਕ ਪਾਈਐ ਸਾਧ ਕੈ ਸੰਗ। ਨਾਮ ਸਾਧੂ ਦੀ ਸੰਗਤ ਵਿੱਚੋਂ ਪ੍ਰਾਪਤ ਹੋਵੇ, ਕਿਉਂਕਿ ਪੂਰਨ ਸਾਧੂ ਹੋਵੇ ਉਹ ਨਾਮ ਦਾ ਪ੍ਰਚਾਰ ਕਰਦਾ। ਨਾਮ